ਨਾਨਕ ਸਿੰਘ ਦਾ ਨਾਵਲ ਮੰਝਧਾਰ ਦੇ 12ਵੇਂ ਅੰਗ ਦਾ ਬਾਕੀ ਦਾ ਹਿੱਸਾ। ਖਾਸ ਤੌਰ 'ਤੇ ਇਸ ਜੰਜਾਲ ਨੇ ਮੁਸੀਬਤ ਦੀ ਸ਼ਕਲ ਉਦੋਂ ਧਾਰਨ ਕੀਤੀ ਜਦੋਂ ਪੁੰਨਿਆ ਨੇ ਅੰਮ੍ਰਿਤਸਰ ਤੋਂ ਅੰਬਾਲੇ ਪਹੁੰਚ ਕੇ ਸਕੂਲ ਦੀ ਨੌਕਰੀ ਨੂੰ ਅਪਣਾਇਆ। ਇਸ ਲਈ ਛੁੱਟ ਇਹ ਤੋਂ ਕੋਈ ਰਸਤਾ ਨਹੀਂ ਸੀ ਕਿ ਪਰਮੇ ਨੂੰ ਘਰ ਛੱਡ ਕੇ ਸਕੂਲ ਜਾਇਆ ਕਰੇ, ਪਰ ਇੱਧਰ ਪਰਮੇ ਲਈ ਇਹ ਕੱਲ੍ਹ ਦੀਆਂ ਘੜੀਆਂ ਉਹਦਾ ਪਾਗਲਪੁਣਾ ਵਧਾਉਣ ਦਾ ਕਾਰਨ ਬਣ ਜਾਂਦੀਆਂ। ਉਹਨੂੰ ਧੁੜਕੂ ਲੱਗ ਜਾਂਦਾ ਕਿ ਉਹਦੀ ਮਾਂ ਮੁੜ ਕੇ ਇਸ ਘਰ 'ਚ ਨਹੀਂ ਆਏਗੀ। ਉਹਨੂੰ ਜ਼ਰੂਰ ਪਾਕਿਸਤਾਨ ਵਾਲੇ ਜਿਨ੍ਹਾਂ ਦੀ ਕੈਦ 'ਚੋਂ ਨੱਸ ਕੇ ਉਹ ਆਈ ਹੈ ਦੁਬਾਰਾ ਫੜ ਕੇ ਲੈ ਗਏ ਹੋਣਗੇ। ਇਸੇ ਵਹਿਮ ਦਾ ਮਾਰਿਆ ਉਹ ਜਿਸ ਵੀ ਹਾਲਤ 'ਚ ਹੁੰਦਾ ਉੱਠ ਕੇ ਬਾਹਰ ਭੱਜ ਪੈਂਦਾ। ਪੁੰਨਿਆ ਨੂੰ ਸਕੂਲੋਂ ਭਾਵੇਂ 1:30 ਵਜੇ ਛੁੱਟੀ ਹੋ ਜਾਇਆ ਕਰਦੀ, ਪਰ ਇੱਧਰ ਪਰਮੇ ਦੀ ਇਹ ਹਾਲਤ ਸੀ ਕਿ ਸੜਕਾਂ ਉੱਤੇ ਕਈ ਫੇਰੇ ਪਾ ਆਉਂਦਾ, ਥਾਂ ਵਕਤ ਪੁੱਛਦਾ ਫਿਰਦਾ। ਇੱਕ ਵਾਰੀ ਪੁੱਛ ਕੇ ਘਰ ਪਹੁੰਚਦਾ ਕਿ 5-7 ਮਿੰਟਾਂ ਬਾਅਦ ਫੇਰ ਟੁਰ ਪੈਂਦਾ। ਇਸੇ ਭੱਜੋ ਨੱਠੀ ਦਾ ਫਲ ਰੂਪ ਛੇਕੜ ਉਹਨੂੰ ਇੱਕ ਖਤਰਨਾਕ ਬਿਮਾਰੀ ਟੈਟਨਸ ਦਾ ਸ਼ਿਕਾਰ ਹੋਣਾ ਪਿਆ। ਪਰਮਾ ਬਹੁਤ ਘੱਟ ਬੋਲਦਾ ਸੀ। ਪੁੰਨਿਆ ਜਿੰਨਾ ਚਿਰ ਉਹਦੇ ਕੋਲ ਹੁੰਦੀ, ਜਿੱਥੇ ਉਹਨੂੰ ਬਿਠਾਉਂਦੀ ਬੈਠਾ ਰਹਿੰਦਾ, ਜਿੱਥੇ ਲਿਟਾਉਂਦੀ ਉੱਥੇ ਲਿਟਿਆ ਰਹਿੰਦਾ। ਸ਼ਾਇਦ ਪੁੰਨਿਆ ਦੀ ਮੌਜੂਦਗੀ 'ਚ ਉਹ ਸੋਚਦਾ ਹੀ ਨਹੀਂ ਸੀ, ਬਿਲਕੁਲ ਸੁੰਨ ਸਮਾਜ ਜਿਹਾ ਹੋ ਕੇ ਕੇਵਲ ਹੱਥਾਂ ਦੀਆਂ ਉਂਗਲਾਂ ਨਾਲ ਖੇਡਣ 'ਚ ਮਸਤ ਰਹਿੰਦਾ, ਜਾਂ ਆਪਣੇ ਸਿਰ ਨੂੰ ਸੱਜਿਓਂ ਖੱਬੇ ਖੱਬਿਓਂ ਸੱਜੇ ਫੇਰਦਾ ਹੋਇਆ ਮਸਤੀ ਦੇ ਰੰਗ 'ਚ ਰੱਤਾ ਰਹਿੰਦਾ। ਉਹਦੇ ਲਾਗੇ ਭਾਵੇਂ ਕੁਝ ਕਰੀ ਜਾਓ, ਕੋਈ ਗੱਲਬਾਤ ਹੁੰਦੀ ਹੋਵੇ, ਉਹਦਾ ਕਿਸੇ ਨਾਲ ਵਾਸਤਾ ਨਹੀਂ। ਕੋਈ ਗੱਲ ਜੇ ਪੁੱਛੋ ਤਾਂ ਜਵਾਬ ਦੇਵੇਗਾ, ਨਹੀਂ ਤਾਂ ਚੁੱਪ ਗੁੱਪ। ਉਦੋਂ ਹੀ ਉਸ ਦੇ ਸਰੀਰ ਦੇ ਰੂਹ ਨੂੰ ਤੜਫ ਨਹੀਂ ਲੱਗਦੀ ਜਦੋਂ ਪੁੰਨਿਆ ਘਰੋਂ ਬਾਹਰ ਹੁੰਦੀ। ਇੱਧਰ ਕੁਝ ਦਿਨਾਂ ਤੋਂ ਪਰਮੇ ਦੇ ਮਨ ਦਾ ਅਮਨ ਕੁਝ ਖਿੰਡਣਾ ਸ਼ੁਰੂ ਹੋ ਗਿਆ। ਜਦ ਤੋਂ ਡਾਕਟਰ ਆਨੰਦ ਦਾ ਪੈਰ ਇਸ ਘਰ 'ਚ ਪੈਣ ਲੱਗਾ, ਉਹ ਇਉਂ ਮਹਿਸੂਸ ਕਰਨ ਲੱਗਾ ਜਿਵੇਂ ਉਹੀ ਮਾਤਾ ਨਾਂ ਵਾਲੀ ਕੋਈ ਹਸਤੀ ਜਿਹੜੀ ਕਦੀ ਉਹਦੇ ਪਿਓ ਨੂੰ ਤੇ ਫਿਰ ਉਹਦੀਆਂ ਅੱਖਾਂ ਕੱਢ ਕੇ ਲੈ ਗਈ ਸੀ, ਸ਼ਾਇਦ ਇਸ ਡਾਕਟਰ ਦਾ ਰੂਪ ਧਾਰ ਕੇ ਉਹਦੇ ਘਰ 'ਚ ਆ ਵੜੀ ਹੈ, ਜਿਹੜੀ ਐਤਕੀ ਉਹਦੀ ਮਾਂ ਪੁੰਨਿਆ ਨੂੰ ਉਸ ਪਾਸੋਂ ਖੋਹ ਲੈ ਜਾਏਗੀ। ਅੱਜ ਤੋਂ ਬਾਅਦ ਕੱਲ੍ਹ ਤੋਂ ਬਾਅਦ ਪਰਸੋਂ, ਜਿਉਂ-ਜਿਉਂ ਦਿਨ ਬੀਤਣ ਲੱਗੇ ਡਾਕਟਰ ਆਨੰਦ ਦਾ ਫੇਰਾ ਵੱਧਦਾ ਗਿਆ ਤੇ ਰੋਜ਼ ਘੰਟਿਆਂ ਬੱਧੀ ਪਰਮੇ ਦੀ ਮਾਂ ਤੇ ਡਾਕਟਰ ਇਕੱਠੇ ਬੈਠੇ ਕੁਸਰ-ਮੁਸਰ ਕਰਦੇ ਰਹਿੰਦੇ। ਇਹ ਕੁਸਰ-ਮੁਸਰ ਕੀ ਹੁੰਦੀ, ਕਿਸ ਵਿਸ਼ੇ 'ਤੇ ਹੁੰਦੀ ਸੀ, ਇਹਦੀ ਪਰਮੇ ਨੂੰ ਨਾ ਸਮਝ ਸੀ ਤੇ ਨਾ ਹੀ ਸਮਝਣ ਦੀ ਲੋੜ ਸੀ। ਉਹਦੇ ਲਾਗੇ ਬੈਠੇ ਉਹ ਦੋਵੇਂ ਗੱਲੀਂ ਜੁੱਟੇ ਰਹਿੰਦੇ। ਪਰਮੇ ਨੂੰ ਉਹਨਾਂ ਦੀਆਂ ਗੱਲਾਂ ਸੁਣਾਈ ਵੀ ਦਿੰਦੀਆਂ, ਪਰ ਇਹਨਾਂ ਦਾ ਅਰਥ ਕੀ ਹੈ, ਇਹ ਉਹਦੀ ਸਮਝ ਤੋਂ ਬਾਹਰ ਦਾ ਸਵਾਲ ਸੀ। ਸ਼ਾਇਦ ਇਸ ਕਰਕੇ ਕਿ ਉਹਨਾਂ ਗੱਲਾਂ 'ਚ ਮਾਂ ਦੇ ਵਿਸ਼ੇ 'ਤੇ ਕਦੇ ਕੁਝ ਨਹੀਂ ਸੀ ਹੁੰਦਾ। ਹੋਰ ਕਿਸੇ ਗੱਲ ਨੂੰ ਉਹ ਨਾ ਤਾਂ ਸਮਝ ਸਕਦਾ, ਨਾ ਹੀ ਸਮਝਣ ਦੀ ਇੱਛਾ ਰੱਖਦਾ ਸੀ। ਪਰ ਇਸ 'ਚ ਸ਼ੱਕ ਨਹੀਂ ਕਿ ਡਾਕਟਰ ਦੀ ਆਮਦ ਉਹਨੂੰ ਬੁਰੀ ਲੱਗਣ ਲੱਗ ਪਈ। ਕਦੀ ਉਹਨੂੰ ਆਪਣੀ ਮਾਂ ਦੀ ਅਕਲ ਉੱਤੇ ਹੈਰਾਨਗੀ ਹੁੰਦੀ, ਜਿਹੜੀ ਐਡੀ ਭੈੜੀ ਹਸਤੀ ਨਾਲ ਰੋਜ਼ ਘੰਟਿਆਂ ਬੱਧੀ ਗੱਲਾਂ ਕਰਦੀ ਰਹਿੰਦੀ ਸੀ। ਅਚਾਨਕ ਹੀ ਜਦ ਪੁੰਨਿਆ ਨੇ ਪਰਮੇ ਨੂੰ ਟਾਂਗੇ 'ਚ ਬੈਠਣ ਲਈ ਕਿਹਾ ਤਾਂ ਉਹਨੇ ਪੁੱਛਿਆ, ਕਿੱਥੇ ਜਾਣਾ ਹੈ ਮਾਂ? ਅਸੀਂ ਨਵੇਂ ਮਕਾਨ 'ਚ ਚੱਲ ਕੇ ਰਹਾਂਗੇ ਪਰਮੇ, ਬੜੇ ਵਧੀਆ ਮਕਾਨ 'ਚ। ਡਾਕਟਰ ਹੋਰਾਂ ਸਾਨੂੰ ਲੱਭ ਕੇ ਦਿੱਤਾ ਹੈ। ਪੁੰਨਿਆ ਨੇ ਉਹਨੂੰ ਖੁਸ਼ ਕਰਨ ਦੇ ਇਰਾਦੇ ਨਾਲ ਕਿਹਾ। ਬੜਾ ਵਧੀਆ। ਸੁਣ ਕੇ ਪਰਮੇ ਦੇ ਦਿਲ ਨੂੰ ਕਾਫੀ ਖੁਸ਼ੀ ਹੋਈ, ਪਰ ਜਿਉਂ ਹੀ ਡਾਕਟਰ ਹੋਰਾਂ ਵਾਕ ਅੰਸ਼ ਉਹਦੇ ਕੰਨੀ ਪਿਆ ਕਿ ਉਹਦੀ ਸਾਰੀ ਖੁਸ਼ੀ ਜਿਵੇਂ ਕੁਚਲੀ ਗਈ। ਫਿਰ ਨਿੰਮੋ ਝੂਣਾ ਜਿਹਾ ਹੋ ਕੇ ਪਰਮਾ ਟਾਂਗੇ ਦੀ ਪਿਛਲੀ ਸੀਟ 'ਤੇ ਬੈਠ ਗਿਆ। ਪੁੰਨਿਆ ਨੇ ਉਹਨੂੰ ਬਾਹੋਂ ਫੜ ਕੇ ਜਿੱਥੇ ਬਿਠਾਇਆ। ਅੰਗ 13ਵਾਂ। ਬਰਫ਼ ਹੇਠ ਦੱਬੀ ਹੋਈ ਖੇਤੀ ਉੱਤੇ ਜਦ ਬਰਫ਼ ਪਿਘਲ ਜਾਏ ਤਾਂ ਉਹਦੇ ਵਿਕਾਸ ਵਿੱਚ ਆਖਰਾਂ ਦੀ ਤੇਜ਼ੀ ਆ ਜਾਇਆ ਕਰਦੀ ਹੈ। ਉਹਦੇ ਪੀਲੇ ਪੱਤਿਆਂ ਉੱਤੇ ਗੂੜ੍ਹੀ ਹਰਿਆਵਲ ਦਿਸਣ ਲੱਗ ਪੈਂਦੀ ਹੈ। ਉਹਦੇ ਅੱਧ ਮੁਰਦਾ ਤਣਿਆਂ 'ਚ ਨਵੀਂ ਜ਼ਿੰਦਗੀ ਪੈਦਾ ਹੋ ਜਾਂਦੀ ਹੈ। ਪੁੰਨਿਆ ਦੀ ਜੀਵਨ ਖੇਤੀ ਉੱਤੇ ਵੀ ਇਸੇ ਤਰ੍ਹਾਂ ਦਾ ਕੋਈ ਬਰਫਾਨੀ ਤੋਦਾ ਉਸਰਿਆ ਸੀ, ਜਿਹਨੇ ਉਹਦੇ ਲਗਭਗ ਸਾਰੇ ਵਿਕਾਸ ਰੋਕ ਜੇ ਦਿੱਤੇ। ਭਾਵੇਂ ਦੁੱਖਾਂ ਤਕਲੀਫਾਂ ਨੇ ਉਹਨੂੰ ਹੋਰ ਵੀ ਦ੍ਰਿੜ ਵਿਸ਼ਵਾਸਨੀ ਬਣਾ ਦਿੱਤਾ ਸੀ, ਪਰ ਆਪਣੇ ਖਿਆਲਾਂ ਦੇ ਅਮਲਾਂ ਤੇ ਫੈਲਾਅ ਲਈ ਉਹਨੂੰ ਜਿਸ ਫਿਜ਼ਾ ਦੀ ਲੋੜ ਸੀ ਉਹ ਪ੍ਰਾਪਤ ਨਾ ਹੋਣ ਕਰਕੇ ਉਹਦੀ ਰੂਹ ਘੁੱਟੀ ਰਹਿੰਦੀ। ਬਰਬਾਦੀ ਦੀ ਹਨੇਰੀ ਨੇ ਉਹਨੂੰ ਜਿਸ ਬੇਗਾਨਿਆਂ ਦੀ ਧਰਤੀ 'ਚ ਲਿਆ ਸੁੱਟਿਆ, ਉੱਥੇ ਵੀ ਪੁੰਨਿਆ ਨੇ ਬੇਗਾਨਗੀ 'ਚੋਂ ਆਪਣੱਤ ਦਾ ਕਿਣਕਾ ਢੂੰਢ ਹੀ ਲਿਆ। ਪਰ ਇੰਨਾ ਹੋਣ 'ਤੇ ਵੀ ਪੁੰਨਿਆ ਲਈ ਉਹ ਫਿਜ਼ਾ ਨਾ ਬਣ ਸਕੀ ਜਿਹੜੀ ਉਹਦੀ ਜੀਵਨ ਖੇਤੀ ਦੇ ਨਿਸਰਨ ਲਈ ਜ਼ਰੂਰੀ ਸੀ। ਇਹਨਾਂ ਹੀ ਜ਼ਿੰਦਗੀ ਦੇ ਉਤਾਰਾਂ ਚੜ੍ਹਾਵਾਂ ਨੂੰ ਝਾਕਦਿਆਂ ਮੁਕਾਉਂਦਿਆਂ ਛੇਕੜ ਇੱਕ ਐਸੀ ਸ਼ਖਸੀਅਤ ਪੁੰਨਿਆ ਦੇ ਸਾਹਮਣੇ ਆ ਗਈ, ਜਿਸ ਬਾਬਤ ਕਹਿਣਾ ਚਾਹੀਦਾ ਹੈ ਕਿ ਕੋਈ ਗਰਮਾਇਸ਼ ਬਣ ਕੇ ਜਿਹਨੇ ਉਹਦੇ ਜੀਵਨ ਖੇਤੀ 'ਤੇ ਜੰਮੀ ਬਰਫ਼ ਨੂੰ ਪਿਘਲਾ ਸੁੱਟਿਆ। ਬਰਫ਼ ਪਿਘਲਣ ਦੀ ਦੇਰ ਸੀ ਕਿ ਪੁੰਨਿਆ ਦੇ ਹਿਰਦੇ ਦੀ ਕਲੀ ਵਿੱਚ ਇੱਕ ਖੇੜਾ ਆਉਣ ਲੱਗਾ। ਇੱਕ ਪਾਸੇ ਜੇ ਉਸ ਅੰਦਰ ਆਦਰਸ਼ਕ ਖਾਬਾਂ ਨਵੇਂ ਸਿਰੇ ਸੁਰਜੀਤ ਹੋ ਉੱਠੀਆਂ, ਤਾਂ ਇਹਦੇ ਨਾਲ ਹੀ ਉਹਨੇ ਆਪਣੇ ਅੰਦਰ ਪਿਆਰ ਦੀ ਛੋਹ ਵੀ ਮਹਿਸੂਸ ਕੀਤੀ, ਜਿਹੜੀ ਕਿਸੇ ਸੁੱਤੇ ਜਾਂ ਦੱਬੇ ਹੋਏ ਜਜ਼ਬੇ ਲਈ ਪੁਨਰ ਜਾਗਰਣ ਦਾ ਕਾਰਨ ਬਣਦੀ ਜਾ ਰਹੀ ਸੀ। ਪੁੰਨਿਆ ਨੇ ਆਪਣੇ ਆਪ ਨੂੰ ਇੱਕ ਵਾਰੀ ਫਿਰ ਕਿਸੇ ਉਸ ਸਾਂਚੇ 'ਚ ਢਲਦਿਆਂ ਵੇਖਿਆ, ਜਿਸ 'ਚੋਂ ਕਦੀ ਢਲਦੀ
ਅੱਧ ਵਿਚਾਲੇ ਹੀ ਰਹਿ ਗਈ ਸੀ। ਉਹਦੇ ਅੰਦਰ ਸਾਹਿਤ ਪੜ੍ਹਨ ਦਾ ਸ਼ੌਕ ਨਵੇਂ ਸਿਰੇ ਜਾਗ ਉੱਠਿਆ। ਉਹਦੀ ਇਸ ਰੀਝ ਨੂੰ ਪੂਰੀਆਂ ਕਰਨ ਲਈ ਡਾਕਟਰ ਆਨੰਦ ਥੱਬਿਆਂ ਦੇ ਥੱਬੇ ਕਿਤਾਬਾਂ, ਰਿਸਾਲੇ ਅਤੇ ਅਖਬਾਰਾਂ ਉਸ ਲਈ ਲਿਆਉਣ ਲੱਗਾ। ਇਸ ਤੋਂ ਛੁੱਟ ਦੇਸ਼ ਦੀਆਂ ਪ੍ਰਸਥਿਤੀਆਂ, ਭਾਈਚਾਰਕ ਜਾਂ ਸਦਾਚਾਰਕ ਉਮਤਾਈਆਂ ਉੱਤੇ ਦੋਹਾਂ ਦੀ ਘੰਟਿਆਂ ਬੱਧੀ ਚਰਚਾ ਹੁੰਦੀ ਰਹਿੰਦੀ। ਜਿਉਂ-ਜਿਉਂ ਪੁੰਨਿਆਂ ਦੀ ਲਿਆਕਤ ਦਾ ਭੇਦ ਡਾਕਟਰ ਆਨੰਦ ਉੱਤੇ ਖੁੱਲ੍ਹਦੇ ਜਾਂਦੇ, ਪੁੰਨਿਆਂ ਦੀ ਕਦਰ ਕੀਮਤ ਉਹਦੇ ਦਿਲ 'ਚ ਵੱਧਦੀ ਜਾਂਦੀ ਅਤੇ ਸਾਰਾ ਉਲਟ ਫੇਰ ਹੋ ਗਿਆ ਕੇਵਲ ਗਿਣਤੀ ਦੇ ਦਿਨਾਂ 'ਚ। ਡਾਕਟਰ ਆਨੰਦ ਬਾਰੇ ਕਦੇ ਪੁੰਨਿਆਂ ਦੀ ਖ਼ਾਬ 'ਚ ਨਹੀਂ ਸੀ ਆਇਆ ਕਿ ਇੱਕ ਓਪਰੀ ਤੇ ਇੱਕ ਏਡੀ ਮਹਾਨ ਸ਼ਖਸੀਅਤ ਉਹਦੀ ਜ਼ਿੰਦਗੀ 'ਤੇ ਅਧਿਕਾਰ ਜਮਾ ਲਏਗੀ। ਜਿਉਂ-ਜਿਉਂ ਉਹਦਾ ਸਾਥ ਉਹਨੂੰ ਪ੍ਰਾਪਤ ਹੁੰਦਾ ਗਿਆ, ਬਰਫ਼ ਪਿਘਲਦੀ ਗਈ, ਖੇਤੀ ਪੁੰਗਰਦੀ ਗਈ। ਡਾਕਟਰ ਆਨੰਦ ਨੂੰ ਉਹ ਜਿਸ ਵੀ ਜਾਵੀਏ ਤੋਂ ਵੇਖਦੀ, 12 ਵੰਨੀ ਦਾ ਸੋਨਾ ਹੀ ਉਹਨੂੰ ਦਿਖਾਈ ਦਿੰਦਾ। ਅਲਬੱਤਾ ਇੱਕ ਗੱਲ ਜ਼ਰੂਰ ਸੀ ਜਿਹੜੀ ਕਦੀ-ਕਦੀ ਉਹਦੇ ਅੰਦਰ ਕੁਝ ਅਜੀਬ ਤਰ੍ਹਾਂ ਦੇ ਪ੍ਰਸ਼ਨ ਬਣ ਕੇ ਮੱਛਰਨ ਲੱਗਦੀ, ਇੰਨੀ ਦੌਲਤ ਇਸ ਕੋਲ ਕਿੱਥੋਂ ਆ ਗਈ? ਪੁੰਨਿਆਂ ਨੇ ਆਪਣਾ ਨਿਵਾਸ ਬਦਲ ਲਿਆ, ਪਰ ਜੇ ਕੋਈ ਉਹਦੀ ਅੰਤਰ-ਆਤਮਾ ਵਿੱਚ ਡੂੰਘੇਰੀ ਝਾਤੀ ਮਾਰ ਕੇ ਵੇਖੀ, ਪਤਾ ਲੱਗੇਗਾ ਕਿ ਨਿਵਾਸ ਬਦਲਣ ਦੇ ਨਾਲ ਹੀ ਜਿਵੇਂ ਉਹਨੇ ਜੀਵਨ ਬਦਲ ਹੀ ਲਿਆ। ਉਹਦੇ ਅੰਦਰੋਂ ਜਿਵੇਂ ਕੋਈ ਅਣਸਮਝੀਆਂ ਤਾਕਤਾਂ ਦਾ ਸੋਮਾ ਫੁੱਟ ਪਿਆ। ਮੌਜੂਦਾ ਸਮਾਜ, ਰਾਜਨੀਤੀ ਤੇ ਦੇਸ਼ ਦੇ ਆਰਥਿਕ ਹਾਲਾਤ ਨਾਲ ਜਿਉਂ-ਜਿਉਂ ਉਹਦੀ ਜਾਣ ਪਛਾਣ ਹੁੰਦੀ ਗਈ, ਉਹਦੇ ਅੰਦਰ ਪਰਿਵਰਤਨ ਆਉਂਦਾ ਗਿਆ। ਮੁੱਢਲੀਆਂ 2-3 ਮੁਲਾਕਾਤਾਂ 'ਚ ਡਾਕਟਰ ਆਨੰਦ ਨੇ ਉਹਦੀਆਂ ਰੁਚੀਆਂ ਤੇ ਝੁਕਾਵਾਂ ਦਾ ਅਨੁਮਾਨ ਲਾ ਲਿਆ ਸੀ। ਆਪਣੇ ਵਤਨ ਤੇ ਵਤਨ ਵਾਸੀਆਂ ਲਈ ਪੁੰਨਿਆਂ ਦੇ ਅੰਦਰ ਕਿੰਨੀ ਤੜਪ, ਕਿੰਨਾ ਦਰਦ, ਇਹ ਸਮਝਣ 'ਚ ਉਹਨੂੰ ਦੇਰ ਨਾ ਲੱਗੀ। ਖਾਸ ਕਰਕੇ ਜਿਨ੍ਹਾਂ ਹਾਲਤਾਂ ਵਿੱਚੋਂ ਲੰਘਦੀ ਹੋਈ ਪੁੰਨਿਆਂ ਇੱਥੇ ਤੱਕ ਅੱਪੜੀ ਸੀ, ਉਸ ਰਸਤੇ ਦਾ ਚੁੱਕਿਆ ਹੋਇਆ ਹਰ ਕਦਮ ਪੁੰਨਿਆਂ ਦੀ ਦਿਲ ਕਿਤਾਬ ਦੇ ਵਰਕਿਆਂ ਉੱਤੇ ਮੋਟੇ ਅੱਖਰਾਂ 'ਚ ਲਿਖਿਆ ਉਹਨੂੰ ਦਿਖਾਈ ਦੇਣ ਲੱਗ ਪਿਆ ਸੀ। ਦਿਨ ਲੰਘਦੇ ਗਏ, ਖਿਆਲਾਂ ਦਾ ਵਟਾਂਦਰਾ ਦੋਹਾਂ ਨੂੰ ਇੱਕ ਦੂਜੇ ਵੱਲ ਖਿੱਚਦਾ ਗਿਆ। ਖਿਆਲਾਂ ਤੋਂ ਛੁੱਟੀ ਇੱਕ ਹੋਰ ਚੀਜ਼ ਦਾ ਵਟਾਂਦਰਾ ਵੀ ਅਵੱਸ਼ ਸੀ ਤੇ ਇਹ ਸੀ ਦਿਲਾਂ ਦਾ ਵਟਾਂਦਰਾ, ਜਿਹੜਾ ਬਿਨਾਂ ਕਿਸੇ ਪ੍ਰਗਟਾਓ ਤੋਂ ਹੁੰਦਾ ਜਾ ਰਿਹਾ ਸੀ, ਜਿਹਨੇ ਦੋਹਾਂ ਨੂੰ ਇੱਕ ਦੂਜੇ ਦੇ ਇੰਨਾ ਨੇੜੇ ਲੈ ਆਂਦਾ ਕਿ ਜਿਸ ਨੂੰ ਅਸੀਂ ਪਣੱਤ ਤੋਂ ਬਿਨਾਂ ਹੋਰ ਕੁਝ ਨਹੀਂ ਕਹਿ ਸਕਦੇ। 20-21 ਵਰ੍ਹਿਆਂ ਦੀ ਕੁੜੀ ਜਿਹਦੀ ਵਿੱਦਿਆ ਦਾ ਦਾਇਰਾ ਕੇਵਲ 10ਵੀਂ ਤੱਕ ਹੀ ਮਹਿਦੂਦ ਹੈ, ਇੰਨੀ ਸਮਝਦਾਰ ਹੋਏਗੀ, ਉਹਦੇ ਭਾਵਾਂ 'ਚ ਲੋਕ ਪੀੜ ਦੀਆਂ ਇੰਨੀਆਂ ਚੀਜ਼ਾਂ ਲੁਕੀਆਂ ਹੋਣਗੀਆਂ, ਹਕੂਮਤੀ ਅਨਰਥਕਾਰੀਆਂ ਦੇ ਵਿਰੁੱਧ ਉਹਦੇ ਅੰਦਰ ਇੰਨੀ ਪੀੜ ਇਕੱਠੀ ਹੋਈ ਪਈ ਹੈ। ਡਾਕਟਰ ਆਨੰਦ ਦੇ ਸੁਪਨੇ ਵਿੱਚ ਵੀ ਕਦੀ ਇਹ ਗੱਲ ਨਹੀਂ ਸੀ ਆ ਸਕਦੀ। ਉਹਨੂੰ ਨਿਸ਼ਚਾ ਹੋ ਗਿਆ ਕਿ ਪੁੰਨਿਆ ਆਪਣੇ ਦੇਸ਼ ਲਈ ਇੰਨਾ ਕੀਮਤੀ ਸਰਮਾਇਆ। ਇਸ ਸੰਬੰਧੀ ਉਹਦੇ ਅੰਦਰ ਵਿਚਾਰ ਪੈਦਾ ਹੋਇਆ। ਦੇਸ਼ ਸੇਵਾ ਦੀ ਹੋਂਦ ਕਿਸੇ ਬਹੁਤ ਉੱਚੇ ਥਾਂ ਨੂੰ ਸੁਸ਼ੋਭਿਤ ਕਰ ਸਕੇਗੀ ਜੇ ਇਹਨੂੰ ਇਸ ਪਾਸੇ ਲਾਇਆ ਜਾਏ। ਇਸ ਖਿਆਲ ਨੂੰ ਅਮਲੀ ਸ਼ਕਲ ਦੇਣ ਲਈ ਉਹਨੇ ਇੱਕ ਦਿਨ ਕਾਂਗਰਸ ਮੈਂਬਰੀ ਦਾ ਫਾਰਮ ਲਿਆ ਕੇ ਉਹਦੇ ਸਾਹਮਣੇ ਰੱਖ ਦਿੱਤਾ। ਡਾਕਟਰ ਦਾ ਖਿਆਲ ਸੀ ਪੁੰਨਿਆ ਬਿਨਾਂ ਹੀਲ ਹੁਜਤ ਫਾਰਮ ਉੱਤੇ ਦਸਖਤ ਕਰ ਦੇਵੇਗੀ, ਪਰ ਐਸਾ ਨਹੀਂ ਹੋਇਆ। ਪੁੰਨਿਆ ਨੇ ਇਹ ਕਹਿ ਕੇ ਦਸਖਤ ਕਰਨੋਂ ਇਨਕਾਰ ਕਰ ਦਿੱਤਾ ਕਿ ਕਾਂਗਰਸ ਤੇ ਉਹਦੇ ਆਦਰਸ਼ਾਂ 'ਤੇ ਭਰੋਸਾ ਰੱਖਦੀ ਹੋਈ ਵੀ ਉਹ ਅੱਜ ਕੱਲ੍ਹ ਦੇ ਕਾਂਗਰਸੀਆਂ ਨੂੰ ਨਫ਼ਰਤ ਕਰਦੀ ਹੈ, ਕਿਉਂਕਿ ਆਏ ਦਿਨ ਅਖਬਾਰਾਂ 'ਚ ਉਹਨਾਂ ਦੀਆਂ ਕਰਤੂਤਾਂ ਪੜ੍ਹ ਕੇ ਉਹਦਾ ਦਿਲ ਫੱਟੜ ਹੋਇਆ ਪਿਆ। ਪਰ ਡਾਕਟਰ ਵੀ ਪੂਰਾ ਹਠੀ ਨਿਕਲਿਆ, ਜਿਹਨੇ ਅਖੀਰ ਉਸ ਪਾਸੋਂ ਫਾਰਮ ਭਰਵਾ ਹੀ ਲਿਆ। ਅਸਲ ਗੱਲ ਜਿਹੜੀ ਇਸ ਮਾਮਲੇ ਦੀ ਤਹਿ 'ਚ ਕੰਮ ਕਰ ਰਹੀ ਸੀ, ਡਾਕਟਰ ਆਨੰਦ ਨੇ ਉਸ ਪਾਸੋਂ ਲੁਕਾਈ ਰੱਖੀ। ਪੁੰਨਿਆ ਨੂੰ ਇਹ ਤਾਂ ਪਤਾ ਸੀ ਵੀ ਡਾਕਟਰ ਅਸੈਂਬਲੀ ਦੀ ਚੋਣ ਲੜਨ ਲਈ ਅੱਜ ਕੱਲ੍ਹ ਜੁਟਿਆ ਹੋਇਆ, ਪਰ ਉਹਨੂੰ ਇਹ ਨਹੀਂ ਸੀ ਪਤਾ ਕਿ ਇਸ ਸ਼ਹਿਰ 'ਚ ਕਾਂਗਰਸ ਦੇ 2 ਧੜੇ ਹੈ, ਦੋਵਾਂ ਵੱਲੋਂ ਵੱਖ-ਵੱਖ ਉਮੀਦਵਾਰ ਖੜ੍ਹੇ ਕੀਤੇ ਜਾ ਰਹੇ ਨੇ। ਡਾਕਟਰ ਆਨੰਦ ਨੂੰ ਡਰ ਸੀ ਕਿ ਜੇ ਪੁੰਨਿਆ ਉੱਤੇ ਧੜੇਬੰਦੀ ਤੇ ਵੱਖ-ਵੱਖ ਚੋਣ ਘੋਲ ਦਾ ਭੇਦ ਖੁੱਲ੍ਹ ਗਿਆ ਤਾਂ ਉਹਨੇ ਮੈਂਬਰ ਨਹੀਂ ਬਣਨਾ। ਪਰ ਸਵਾਲ ਇਹ ਹੈ ਕਿ ਡਾਕਟਰ ਨੂੰ ਐਡੀ ਕਾਹਲ ਕੀ ਸੀ? ਕਿਉਂ ਉਹ ਫਾਰਮ ਭਰਵਾਉਣ ਲਈ ਉਹਦੇ ਮਗਰ ਪੈ ਗਿਆ ਸੀ? ਕਿਤੇ ਇਹ ਤਾਂ ਨਹੀਂ ਕਿ ਉਹ ਚੋਣ ਘੋਲ ਲਈ ਪੁੰਨਿਆ ਨੂੰ ਹਥਿਆਰ ਦੇ ਤੌਰ 'ਤੇ ਵਰਤਣਾ ਚਾਹੁੰਦਾ ਹੋਵੇ। ਮਕਾਨ ਬਦਲਣ ਤੋਂ ਛੇਤੀ ਮਗਰੋਂ ਪੁੰਨਿਆ ਨੂੰ ਨੌਕਰੀ ਵੀ ਮਿਲ ਗਈ। ਕੈਂਪ ਹਸਪਤਾਲਾਂ 'ਚ ਇਸਤਰੀ ਬਿਮਾਰਾਂ ਦੀ ਦੇਖਭਾਲ ਲਈ ਡਾਕਟਰ ਆਨੰਦ ਦੇ ਅਧੀਨ ਇੱਕ ਨਰਸ ਦੀ ਲੋੜ ਨੂੰ ਕਾਫੀ ਚਿਰ ਤੋਂ ਮਹਿਸੂਸ ਕੀਤਾ ਜਾ ਰਿਹਾ ਸੀ ਤੇ ਇਹ ਕੰਮ ਡਾਕਟਰ ਦੇ ਹੀ ਹੱਥ ਵਿੱਚ ਸੀ, ਜਿਸ ਕਰਕੇ ਬਿਨਾਂ ਕਿਸੇ ਖੇਚਲ ਤੋਂ ਉਹਨੂੰ ਇਹਦੀ ਮਨਜ਼ੂਰੀ ਮਿਲ ਗਈ, ਜਿਹਦਾ ਫਲ ਰੂਪ ਹੁਣ ਮਿਸ ਪੁੰਨਿਆ ਬਾਕਾਇਦਾ ਤੌਰ 'ਤੇ ਡਾਕਟਰ ਆਨੰਦ ਦੀ ਅਸਿਸਟੈਂਟ ਸੀ ਤੇ ਰੋਜ਼ ਕਈ ਘੰਟੇ ਉਹਨੂੰ ਡਾਕਟਰ ਆਨੰਦ ਦੇ ਨਾਲ ਕੈਂਪਾਂ 'ਚ ਜਾਣਾ ਪੈਂਦਾ ਸੀ। ਪੁੰਨਿਆ ਦੀ ਇਹ ਚਿਰੋਕੀ ਰੀਝ ਪੂਰੀ ਹੋਈ। ਬੜੇ ਚਿਰਾਂ ਤੋਂ ਕਿਸੇ ਇਹੋ ਜਿਹੇ ਮੌਕੇ ਦੀ ਭਾਲ ਵਿੱਚ ਸੀ। ਡਾਕਟਰ ਆਨੰਦ ਨੇ ਜਦ ਕਈਆਂ ਕਾਂਗਰਸੀਆਂ ਨਾਲ ਪੁੰਨਿਆ ਦੀ ਜਾਣ ਪਛਾਣ ਕਰਾਈ ਤਾਂ ਉਹਦੀ ਇਹ ਸ਼ੰਕਾ ਨਿਰਮੂਲ ਸਾਬਤ ਹੋਈ ਕਿ ਉੱਪਰੇ ਆਦਮੀਆਂ ਨਾਲ ਵਾਰਤਾਲਾਪ ਕਰਨ ਵੇਲੇ ਪੁੰਨਿਆ ਸੰਗਿਆ ਕਰੇਗੀ। ਸਗੋਂ ਇਹਦੇ ਉਲਟੋਂ ਪੁੰਨਿਆ ਦੀਆਂ ਪੁਰਜੋਸ਼ ਮਿਲਨੀਆਂ ਨੂੰ ਵੇਖ ਕੇ ਅਸਚਰਜ ਰਹਿ ਗਿਆ। ਪੁੰਨਿਆ ਦੀ ਬੋਲਚਾਲ ਵਿੱਚ ਕਿਸੇ ਚੰਗੇ ਵਕਤਾ ਵਰਗੀ ਸੰਜੀਦਗੀ, ਦੂਰਦਰਸ਼ਤਾ ਤੇ ਆਮ ਵਾਕਫੀ ਦੀ ਭਰਪੂਰਤਾ ਪਾਈ ਜਾਂਦੀ ਸੀ।
ਉਹ ਜਦ ਕਿਸੇ ਓਪਰੇ ਨਾਲ ਗੱਲਾਂ ਕਰ ਰਹੀ ਹੁੰਦੀ ਤਾਂ ਇਉਂ ਮਾਲੂਮ ਹੁੰਦਾ ਜਿਵੇਂ ਉਹਦੀ ਮੁੱਦਤਾਂ ਤੋਂ ਵਾਕਫ ਹੈ। ਕਿਸੇ ਵੀ ਵਿਸ਼ੇ ਉੱਤੇ ਗੱਲ ਛਿੜੀ ਹੋਵੇ ਉਸ 'ਚ ਪੂਰਾ ਹਿੱਸਾ ਲੈਂਦੀ। ਸੁਣਨ ਵਾਲੇ ਉਸ 'ਤੇ ਉਹਦੀ ਸਮਝਦਾਰੀ ਦਾ ਡੂੰਘਾ ਅਸਰ ਪੈਂਦਾ ਸੀ। ਮਕਾਨ ਸਾਫ਼ ਸੁਥਰਾ ਤੇ ਮੋਕਲਾ ਸੀ। ਇਹ ਡਾਕਟਰ ਆਨੰਦ ਦੀ ਕੋਠੀ ਤੋਂ ਦੂਰ ਨਹੀਂ ਸੀ। ਜ਼ਮੀਨ ਦੇ ਇੱਕ ਚੌਕੋਣ ਪਲਾਟ ਦੇ ਅੱਧੇ ਹਿੱਸੇ 'ਚ ਇਮਾਰਤ ਸੀ ਤੇ ਬਾਕੀ ਅੱਧੇ 'ਚ ਛੋਟੀ ਜਿਹੀ ਫੁਲਵਾੜੀ। ਮਕਾਨ ਜੁਗਤ ਤੇ ਸੋਝ ਨਾਲ ਕਿਸੇ ਨੇ ਬਣਾਇਆ ਸੀ। ਇਹ 8 ਫੁੱਟ ਉੱਚੀ ਚਾਰਦੀਵਾਰੀ 'ਚ ਘਿਰਿਆ ਹੋਇਆ ਸੀ। ਅੰਦਰਲੇ ਪਾਸੇ ਬਹੁਤ ਸਾਰੇ ਫਲਦਾਰ ਦਰੱਖਤਾਂ ਦਾ ਵਲਗਣ ਤੇ ਵਿਚਕਾਰ ਫੁੱਲਾਂ ਦੀਆਂ ਕਿਆਰੀਆਂ ਸਨ, ਜਿਨ੍ਹਾਂ ਦੇ ਕੇਂਦਰ 'ਚ ਛੋਟਾ ਜਿਹਾ ਘਾਹ ਦਾ ਕਿੱਤਾ ਤੇ ਉਹਦੇ ਵਿਚਕਾਰ ਇੱਕ ਲਾਲ ਪੱਥਰਾਂ ਦਾ ਚਬੂਤਰਾ ਬਣਿਆ ਸੀ। ਪੁੰਨਿਆ ਨੂੰ ਰੋਜ਼ਾਨਾ ਡਾਕਟਰ ਦੇ ਨਾਲ ਕੰਮ 'ਤੇ ਜਾਣਾ ਪੈਂਦਾ ਤੇ ਉੱਥੋਂ ਆ ਕੇ ਉਹ ਫੁੱਲਾਂ ਬੂਟਿਆਂ ਦੀ ਸੇਵਾ 'ਚ ਕਾਫੀ ਵਕਤ ਗੁਜ਼ਾਰ ਦਿੰਦੀ ਤੇ ਪਰਮਾ ਉਹਦੇ ਬੰਧਨ ਵੱਲੋਂ ਪੁੰਨਿਆ ਨੂੰ ਆਪਣਾ ਗਲਾ ਦਿਨੋਂ ਦਿਨ ਆਜ਼ਾਦ ਹੁੰਦਾ ਜਾਂਦਾ ਮਾਲੂਮ ਹੁੰਦਾ ਸੀ। ਪਰਮੇ ਦੀ ਤਬੀਅਤ ਵਿੱਚ ਕੁਝ ਅਜੀਬ ਤਰ੍ਹਾਂ ਦਾ ਪਰਿਵਰਤਨ ਆ ਰਿਹਾ ਸੀ। ਪਹਿਲਾਂ ਜਿਹੜਾ ਪਰਮਾ ਇੱਕ ਪਲ ਲਈ ਵੀ ਪੁੰਨਿਆ ਦਾ ਵਸਾਹ ਨਹੀਂ ਸੀ ਖਾਂਦਾ, ਹੁਣ ਦਿਨੋਂ ਦਿਨ ਜਿਵੇਂ ਪੁੰਨਿਆ ਦੀ ਲੋੜ ਦਾ ਉਹਦੇ ਅੰਦਰ ਅਭਾਵ ਹੁੰਦਾ ਜਾ ਰਿਹਾ ਸੀ। ਪੁੰਨਿਆ ਜਦ ਕੰਮ 'ਤੇ ਜਾਣ ਲੱਗਦੀ ਤਾਂ ਪਹਿਲਾਂ ਵਾਂਗ ਉਸ ਉੱਤੇ ਸਵਾਲਾਂ ਦੀ ਭਰਮਾਰੀ ਨਹੀਂ ਸੀ ਕਰਦਾ। ਕਿੱਥੇ ਚੱਲੀਏ, ਕਿੰਨੀ ਦੇਰ ਲਾ ਕੇ ਆਏਂਗੀ, ਨਾ ਹੀ ਉਹਦੀ ਗੈਰ ਮੌਜੂਦਗੀ 'ਚ ਤਰਲੋ ਮੱਛੀ ਹੁੰਦਾ। ਉਹ ਸੁੰਨ ਸਮਾਧ ਜਿਹਾ ਹੋ ਕੇ ਬੈਠਾ ਰਹਿੰਦਾ। ਨਾ ਉਹ ਅੱਗੇ ਵਾਂਗ ਆਪਣੇ ਹੱਥਾਂ ਦੀਆਂ ਉਂਗਲਾਂ ਨਾਲ ਖੇਡਦਾ, ਨਾ ਹੀ ਮਸਤੀ 'ਚ ਆ ਕੇ ਸਿਰ ਨੂੰ ਸੱਜੇ ਖੱਬੇ ਫੇਰਦਾ। ਮਿੱਟੀ ਦਾ ਮਾਧੋ ਬਣ ਕੇ ਬੈਠਾ ਰਹਿੰਦਾ। ਡਾਕਟਰ ਆਨੰਦ ਦਾ ਬਹੁਤਾ ਸਮਾਂ ਹੁਣ ਪੁੰਨਿਆ ਨਾਲ ਹੀ ਬੀਤਦਾ ਸੀ। ਸਵੇਰ ਦੇ 3 ਘੰਟੇ ਤਾਂ ਉਂਝ ਹੀ ਕੈਂਪਾਂ 'ਚ ਦੋਹਾਂ ਦੀ ਡਿਊਟੀ ਸਾਂਝੀ ਹੁੰਦੀ ਸੀ। ਉਸ ਤੋਂ ਬਾਅਦ ਸ਼ਾਮੀ ਪੁੰਨਿਆ ਡਾਕਟਰ ਦੀ ਕੋਠੀ ਪਹੁੰਚ ਕੇ ਜਨਾਨਾ ਬਿਮਾਰਾਂ ਲਈ ਕੰਮ ਕਰਦੀ ਸੀ। ਇਸ ਤੋਂ ਛੁੱਟ ਰਾਤ ਨੂੰ 2 ਘੰਟੇ ਉਹ ਡਾਕਟਰ ਪਾਸੋਂ ਫਿਜ਼ੀਓਲੋਜੀ ਦੀ ਸਿੱਖਿਆ ਲੈਂਦੀ, ਜਿਹਦਾ ਕੋਰਸ 1 ਸਾਲ ਦਾ ਸੀ ਤੇ ਜਿਹਦੀ ਪ੍ਰਾਈਵੇਟ ਪੜ੍ਹਾਈ ਕਰਕੇ ਉਹ ਨਰਸਿੰਗ ਦਾ ਇਮਤਿਹਾਨ ਦੇ ਸਕਦੀ ਸੀ। ਘਰ ਦੇ ਕੰਮ ਲਈ ਡਾਕਟਰ ਨੇ ਇੱਕ ਰਿਫਿਊਜੀ ਵਿਧਵਾ ਨੂੰ ਪੁੰਨਿਆ ਪਾਸ ਨੌਕਰ ਰੱਖਾ ਦਿੱਤਾ, ਜਿਹੜੀ ਦਿਨੇ ਰੋਟੀ ਟੁੱਕ ਦੇ ਘਰ ਦਾ ਸਾਰਾ ਕੰਮ ਕਰਕੇ ਰਾਤੀ ਕੈਂਪ 'ਚ ਚਲੀ ਜਾਇਆ ਕਰਦੀ ਸੀ। ਹਰ ਰਾਤ ਪੈਣ ਤੋਂ ਬਾਅਦ ਜਿਹੜਾ ਵੀ ਅਗਲਾ ਦਿਨ ਚੜ੍ਹਦਾ, ਪੁੰਨਿਆ ਦੀ ਸ਼ਖਸੀਅਤ ਵਿੱਚ ਕੁਝ ਨਵਾਂ ਵਿਕਾਸ, ਕੋਈ ਨਵਾਂ ਵਾਧਾ ਕਰ ਜਾਂਦਾ ਸੀ। ਕਾਂਗਰਸੀ ਤਬਕੇ 'ਚ ਉਹਦੀ ਸ਼ੋਹਰਤ ਦਿਨੋਂ ਦਿਨ ਵਾਧੇ 'ਤੇ ਸੀ। ਪੁੰਨਿਆ ਦੀ ਮਿਲਣੀ 'ਚ ਜ਼ਰੂਰ ਕੋਈ ਖਿੱਚ ਸੀ। ਜਿਹੜਾ ਵੀ ਇੱਕ ਵਾਰੀ ਉਸ ਨਾਲ ਥੋੜ੍ਹਾ ਜਿਹਾ ਬਹੁਤਾ ਵਾਰਤਾਲਾਪ ਕਰਦਾ, ਦੁਬਾਰਾ ਉਹਨੂੰ ਮਿਲਣ ਦੀ ਖਾਹਿਸ਼ ਦਿਲ 'ਚ ਲੈ ਕੇ ਹੀ ਮੁੜਦਾ। ਕਾਂਗਰਸੀ ਤਬਕੇ ਤੋਂ ਛੁੱਟ ਰਿਫਿਊਜੀ ਕੈਂਪ ਵਿੱਚ ਵੀ ਪੁੰਨਿਆ ਦਾ ਚਰਚਾ ਬੜੀ ਚੱਲ ਪਈ। ਕੇਵਲ ਉਹਦੇ ਮਿੱਠੇ ਤੇ ਹਮਦਰਦਾਨਾ ਸਲੂਕ ਨਾਲ ਹੀ ਬਿਮਾਰਾਂ ਦੀ ਬਿਮਾਰੀ ਬਹੁਤ ਹੱਦ ਤੱਕ ਕੱਸੀ ਹੋ ਜਾਂਦੀ ਸੀ, ਜਿਹਦਾ ਫਲਸਰੂਪ ਪੁੰਨਿਆ ਛੋਟੀ ਡਾਕਟਰ ਕਰਕੇ ਮਸ਼ਹੂਰ ਹੋ ਗਈ। ਮਰੀਜ਼ ਇਸਤਰੀ ਹੋਵੇ ਭਾਵੇਂ ਮਰਦ, ਦਵਾਈ ਲੈਣ ਨਾਲੋਂ ਉਹਦੇ ਮੂੰਹੋਂ ਗੱਲਾਂ ਸੁਣਨ ਦੀ ਜ਼ਿਆਦਾ ਖਾਹਿਸ਼ ਰੱਖਦੇ ਸੀ। ਉਹ ਭਾਵੇਂ ਡਾਕਟਰ ਨਾ ਹੋ ਕੇ ਕੰਪਾਊਂਡਰ ਸੀ, ਪਰ ਮਰੀਜ਼ਾਂ ਦੀਆਂ ਗੱਲਾਂ ਬੜੇ ਧਿਆਨ ਨਾਲ ਸੁਣਦੀ। ਜੇ ਕੋਈ ਜਨਾਨਾ ਬਿਮਾਰੀ ਵਾਲੀ ਤੀਵੀਂ ਹੋਵੇ ਤਾਂ ਬੜੀ ਨੀਝ ਤੇ ਮਿਹਨਤ ਨਾਲ ਉਹਦੀ ਦੇਖਭਾਲ ਕਰਕੇ ਡਾਕਟਰ ਆਨੰਦ ਨੂੰ ਵਿਸਥਾਰ ਨਾਲ ਦੱਸਦੀ। ਪੁੰਨਿਆ ਦੀ ਹਮਦਰਦੀ ਕੇਵਲ ਜ਼ਬਾਨੀ ਜਮ੍ਹਾਂ ਖਰਚ ਤੱਕ ਹੀ ਸੀਮਤ ਨਹੀਂ ਸੀ, ਨਾ ਹੀ ਕੇਵਲ ਬਿਮਾਰਾਂ ਤੱਕ। ਉਹ ਜਦੋਂ ਕੈਂਪ 'ਚੋਂ ਲੰਘਦੀ ਤਾਂ ਰਿਫਿਊਜੀਆਂ ਦੇ ਬੱਚੇ ਨਿਰਸੰਕੋਚ ਭਾਵ ਨਾਲ ਉਹਨੂੰ ਆ ਘੇਰਦੇ ਤੇ ਉਹ ਆਪਣੇ ਥੈਲੇ 'ਚੋਂ ਮਿੱਠੇ ਛੋਲੇ, ਖੱਟੀਆਂ ਗੋਲੀਆਂ ਜਾਂ ਹੋਰ ਇਹੋ ਜਿਹੀਆਂ ਜਿਹੜੀ ਕੋਈ ਸਸਤੀ ਜਿਹੀ ਚੀਜ਼ ਪਾ ਕੇ ਲਿਆਈ ਹੁੰਦੀ, 2-2 ਦਾਣੇ ਸਭਨਾਂ ਦੀ ਤਲੀ 'ਤੇ ਧਰਦੀ, ਉਹਨਾਂ ਦੇ ਸਿਰਾਂ 'ਤੇ ਹੱਥ ਫੇਰਦੀ ਹੋਈ ਲੰਘ ਜਾਂਦੀ। ਸ਼ਾਮ ਦੇ 7 ਵਜੇ ਦਾ ਵਕਤ ਸੀ। ਸਾਰਾ ਦਿਨ ਡਾਕਟਰ ਆਨੰਦ ਤੇ ਪੁੰਨਿਆ ਦਾ ਮੇਲ ਨਹੀਂ ਸੀ ਹੋਇਆ। ਕੱਲ੍ਹ ਸ਼ਾਮੀ ਉਹ ਬਾਹਰ ਚਲਾ ਗਿਆ ਸੀ, ਸ਼ਾਇਦ ਚੋਣ ਦੇ ਸਿਲਸਿਲੇ 'ਚ। ਅੱਜ ਪੁੰਨਿਆ ਨੇ ਆਪਣਾ ਬਚਿਆ ਹੋਇਆ ਵਕਤ ਫੁੱਲਾਂ ਬੂਟਿਆਂ ਪਾਸੋਂ ਖੋਹ ਕੇ ਪਰਮੇ ਦੇ ਹਵਾਲੇ ਕਰ ਦਿੱਤਾ ਸੀ। ਉਹਨੇ ਅੱਜ ਬੜੀ ਪ੍ਰੀਤ ਭਾਵ ਨਾਲ ਉਹਨੂੰ ਅੰਦਰੋਂ ਉਠਾ ਕੇ ਬਾਹਰ ਬਗੀਚੀ 'ਚ ਲਿਆ ਬਿਠਾਇਆ। ਅੱਜ ਪੁੰਨਿਆ ਨੂੰ ਉਸ ਉੱਤੇ ਤਰਸ ਜਿਹਾ ਆ ਰਿਹਾ ਸੀ। ਸ਼ਾਇਦ ਆਪਣੀ ਲਾਪਰਵਾਹੀ ਕਰਕੇ ਕਈਆਂ ਦਿਨਾਂ ਤੋਂ ਉਹਨੂੰ ਪਰਮੇ ਵੱਲ ਧਿਆਨ ਦੇਣ ਦੀ ਘੱਟ ਵੇਲ ਮਿਲੀ ਸੀ। ਬਰਸਾਤੀ ਬੱਦਲਾਂ ਦੀ ਆਮਦ ਸ਼ੁਰੂ ਹੋ ਚੁੱਕੀ ਸੀ। ਸਵੇਰੇ ਮੀਂਹ ਦਾ ਛਿੜਕਾਓ ਹੋਣ ਤੋਂ ਬਾਅਦ ਦੁਪਹਿਰੇ ਕੜਾਕੇ ਦੀ ਧੁੱਪ ਲੱਗੀ ਸੀ। ਉਸ ਤੋਂ ਬਾਅਦ ਹੁਣ ਫੇਰ ਮੀਂਹ ਝੱਖੜ ਦਾ ਰੰਗ ਦਿਖਾਈ ਦੇਣ ਲੱਗ ਪਿਆ ਸੀ। ਠੰਡੀ ਤੇ ਭਿੱਜੀ ਭਿੱਜੀ ਹਵਾ ਦੇ ਫਾਂਡੇ ਸੁਖਾਵੇਂ ਮਾਲੂਮ ਹੁੰਦੇ ਸੀ। ਨਾਲੇ ਸਵੇਰ ਦੇ ਮੀਂਹ ਕਰਕੇ ਫੁਲਵਾੜੀ ਤੇ ਉਹਦੇ ਆਲੇ ਦੁਆਲੇ ਨਹਾਤੇ ਹੋਏ ਦਰੱਖਤ ਅੱਖਾਂ 'ਚ ਠੰਡਕ ਜਿਹੀ ਪਾ ਰਹੇ ਸਨ। ਫੁਲਵਾੜੀ ਦੇ ਵਿਚਕਾਰ ਜਿਹੜਾ ਲਾਲ ਪੱਥਰਾਂ ਦਾ ਚਬੂਤਰਾ ਬਣਿਆ ਹੋਇਆ ਸੀ, ਇਹਨੂੰ ਰੋਜ਼ ਲੋਢੇ ਵੇਲੇ ਮਾਸ਼ਕੀ ਪਾਣੀ ਪਾ ਕੇ ਠੰਡਾ ਕਰ ਦਿੰਦਾ ਹੁੰਦਾ ਸੀ। ਇਸ ਚਬੂਤਰੇ 'ਤੇ ਦਰੀ ਵਿਛਾ ਕੇ ਉਸ ਵੇਲੇ ਪੁੰਨਿਆ ਬੈਠੀ ਪਰਮੇ ਨਾਲ ਗੱਲੀਂ ਜੁੱਟੀ ਸੀ। ਤੈਨੂੰ ਕੀ ਹੁੰਦਾ ਜਾਂਦਾ ਵੀ ਪਰਮਿਆਂ ਦਿਨੋਂ ਦਿਨ? ਮੈਨੂੰ ਬੀਬੀ? ਪਰਮਾ ਹੁਣ ਪੁੰਨਿਆ ਨੂੰ ਮਾਂ ਦੀ ਥਾਂ ਬੀਬੀ ਕਹਿ ਕੇ ਬੁਲਾਉਣ ਲੱਗ ਪਿਆ ਸੀ। ਇਹ ਸ਼ਾਇਦ ਪੁੰਨਿਆ ਦੀ ਕਰੜੀ ਹਦਾਇਤ ਦਾ ਹੀ ਫਲ ਸੀ। ਤੈਨੂੰ ਨਹੀਂ ਤੇ ਹੋਰ ਕਿਸ ਨੂੰ? ਪੁੰਨਿਆ ਨੇ ਮਿੱਠੀ ਜਿਹੀ ਝਿੜਕ ਨਾਲ ਕਿਹਾ।
ਤੂੰ ਬਿਲਕੁਲ ਦੁਨਵੱਟਾ ਬਣਦਾ ਜਾਂਦਾ ਹੈ ਦਿਨੋਂ ਦਿਨ, ਗੱਲ ਕੀ ਹੈ? ਪਰਮੇ ਨੇ ਉਦਾਸ ਜਿਹੇ ਢੰਗ ਨਾਲ ਅੱਖਾਂ ਦੇ ਡੇਲਿਆਂ ਨੂੰ ਇੱਧਰ ਉੱਧਰ ਫੇਰਨ ਤੋਂ ਬਾਅਦ ਕੋਈ ਜਵਾਬ ਨਾ ਦਿੱਤਾ। ਬੋਲਦਾ ਕਿਉਂ ਨਹੀਂ ਵੇ? ਉਹਨੇ ਫੇਰ ਝਿੜਕਿਆ। ਕੁਛ ਨਹੀਂ ਬੀਬੀ। ਕੁਛ ਨਹੀਂ ਦਾ ਕੀ ਮਤਲਬ? ਮੈਂ ਵੇਖਦੀ ਨਹੀਂ ਹਰ ਵੇਲੇ ਸੁੱਜ ਕੇ ਭੜੋਲਾ ਬਣਿਆ ਰਹਿਣਾ ਮੈਂ। ਅੱਗੇ ਹੱਸਦਾ ਸੈਂ, ਗੱਲ ਕੱਥ ਕਰਦਾ ਸੈਂ, ਹੁਣ ਤਾਂ ਜਿੱਕੜ ਮੂੰਹ 'ਚ ਦਹੀਂ ਜਮਾਈ ਰੱਖਣਾ। ਕੁਝ ਨਹੀਂ ਬੀਬੀ, ਪਰਮੇ ਨੇ ਸਿਰ ਮਾਰਦਿਆਂ ਪਹਿਲੇ ਜਵਾਬ ਨੂੰ ਹੀ ਦੁਹਰਾ ਦਿੱਤਾ, ਜਿਸ ਤੋਂ ਪੁੰਨਿਆ ਨੂੰ ਕੌੜ ਚੜ੍ਹ ਗਈ। ਕੁਛ ਨਹੀਂ ਬੀਬੀ, ਕੁਝ ਨਹੀਂ ਬੀਬੀ, ਇਹ ਕੀ ਜਵਾਬ ਹੋਇਆ? ਸੱਚੋ ਸੱਚ ਦੱਸ। ਸੋਚਦਾ ਰਹਿਣਾ ਹਰ ਵੇਲੇ ਤੂੰ। ਕੁਛ ਨਹੀਂ ਬੀਬੀ। ਦਫਾ ਹੋ। ਕੁਝ ਨਹੀਂ ਤੇ ਕਲੰਕ ਜਿਹਾ ਕਿੱਥੇ ਲਿਖਿਆ ਪਿਆ ਸੀ? ਦੱਸਦਾ ਕਿਉਂ ਨਹੀਂ? ਮੈਂ ਕੀ ਪੁੱਛਿਆ ਤੇਰੇ ਕੋਲੋਂ? ਕੁਛ ਨਹੀਂ ਬੀਬੀ। ਪੁੰਨਿਆ ਨੇ ਵੇਖਿਆ ਪਰਮੇ ਦੀ ਆਵਾਜ਼ ਐਤਕੀ ਗਲੇ 'ਚੋਂ ਨਹੀਂ, ਜਿਵੇਂ ਉਸ ਦੇ ਕਲੇਜੇ 'ਚੋਂ ਨਿਕਲੀ ਹੋਵੇ। ਕੁਝ ਕੰਬਦੀ ਕੰਬਦੀ, ਕੁਝ ਭਿੱਜੀ ਭਿੱਜੀ, ਕੁਝ ਰੁੰਨੀ ਰੁੰਨੀ। ਪਰ ਇਸ ਘੜੀ ਮੁੜੀ ਇੱਕੋ ਤਰ੍ਹਾਂ ਦੇ ਜਵਾਬ ਨੇ ਪੁੰਨਿਆ ਦੇ ਸਬਰ ਨੂੰ ਹੋਰ ਚਿੱਪ ਚੜ੍ਹਾਤੀ। ਵਧੇਰੇ ਕਾਹਲੀ ਪੈ ਕੇ ਪੁੱਛਿਆ, ਤੂੰ ਆਦਮੀ ਹੈ ਕਿ ਗਧਾ? ਪਤਾ ਨਹੀਂ ਲੱਗਦਾ ਤੈਨੂੰ ਕਿ ਮੈਂ ਕੀ ਪੁੱਛਣੀ ਪਈ ਹਾਂ ਤੇਰੇ ਕੋਲੋਂ? ਦੱਸ ਛੇਤੀ। ਕੁਛ ਨਹੀਂ ਬੀਬੀ। ਐਤਕਮ ਬੋਲਦਿਆਂ ਪਰਮੇ ਦਾ ਗਲਾ ਭਰੜਾ ਗਿਆ ਅਤੇ ਉਹਦੀਆਂ ਅੱਖਾਂ ਦੇ ਡਰਾਉਣੇ ਡੇਲਿਆਂ ਉੱਤੇ ਪਾਣੀ ਦੀ ਤਹਿ ਫਿਰਨ ਲੱਗੀ। ਪੁੰਨਿਆ ਨੂੰ ਤਰਸ ਨੇ ਦਬੋਚ ਲਿਆ। ਉਹਨੇ ਪਿਆਰ ਨਾਲ ਪਰਮੇ ਦਾ ਹੱਥ ਦੋਵਾਂ ਹੱਥਾਂ 'ਚ ਘੁੱਟ ਲਿਆ ਅਤੇ ਉਹਦੇ ਸਰੀਰ ਨੂੰ ਵੱਖੀ ਨਾਲ ਘੁੱਟ ਕੇ ਬੋਲੀ, ਪਰਮਿਆ, ਮੈਨੂੰ ਤੂੰ ਮਾਂ ਨਹੀਂ ਸਮਝਦਾ? ਤੇਰੇ ਲਈ ਮੈਂ ਓਪਰੀ ਹੋ ਗਈ ਹਾਂ। ਦੱਸ ਮੇਰੇ ਲਾਲ। ਬੜਾ ਪੀਪਾ ਹੈ, ਦੱਸ ਨਾ ਬਈ, ਛੇਤੀ ਹੋ। ਹਾਂ ਕੀ ਗੱਲ ਹੈ? ਕੁਛ ਨਹੀਂ ਵੀ। ਐਤਕੀ ਪਰਮਾ ਆਪਣੇ ਜਵਾਬ ਦਾ ਛੇਕੜਲਾ ਭਾਗ ਪੂਰਾ ਮੂੰਹ ਨਾ ਕੱਢ ਸਕਿਆ। ਉਹਦੀਆਂ ਅੱਖਾਂ 'ਚੋਂ ਅਥਰੂਆਂ ਦਾ ਪ੍ਰਵਾਹ ਜਾਰੀ ਹੋ ਗਿਆ। ਜਿਉਂ-ਜਿਉਂ ਪੁੰਨਿਆ ਉਹਨੂੰ ਆਪਣੇ ਨਾਲ ਘੁੱਟਦੀ ਉਹਦਾ ਮੂੰਹ ਮੱਥਾ ਚੁੰਮਦੀ ਗਈ, ਇਹ ਪ੍ਰਵਾਹ ਤੇਜ਼ੀ 'ਚ ਆਉਂਦਾ ਗਿਆ। ਇਸ ਵੇਲੇ ਪੁੰਨਿਆ ਦੀ ਨਜ਼ਰ ਇੱਕ ਖੱਦਰਪੋਸ਼ ਸਾਈਕਲ ਸਵਾਰ 'ਤੇ ਜਾ ਪਈ, ਜਿਹੜਾ ਸਾਈਕਲ ਨੂੰ ਚਾਰ ਦੀਵਾਰੀ ਦੀ ਕੰਧ ਨਾਲ ਖੜ੍ਹਾ ਕਰਕੇ ਇਸੇ ਪਾਸੇ ਟੁਰਿਆ ਆ ਰਿਹਾ ਸੀ। ਆਉਂਦਿਆਂ ਹੀ ਉਹਨੇ ਆਪਣੀ ਲਮੂੰਦਰੀ ਕਾਪੀ ਖੋਲ੍ਹ ਕੇ ਦਸਖਤ ਕਰਵਾਉਣ ਲਈ ਪੁੰਨਿਆ ਦੇ ਸਾਹਮਣੇ ਫੈਲਾ ਦਿੱਤੀ। ਸਿਟੀ ਕਾਂਗਰਸ ਕਮੇਟੀ ਵੱਲੋਂ ਹੋਣ ਵਾਲੀ ਮੀਟਿੰਗ ਦਾ ਇਹ ਸੱਦਾ ਸੀ। ਪੁੰਨਿਆ ਨੇ ਆਪਣੇ ਨਾਂ ਅੱਗੇ ਦਸਖਤ ਕਰ ਦਿੱਤੇ। ਕਾਪੀ ਬੰਦ ਕਰਕੇ ਚਪੜਾਸੀ ਜਿੱਧਰੋਂ ਆਇਆ ਸੀ ਸਾਈਕਲ 'ਤੇ ਚੜ੍ਹ ਕੇ ਮੁੜ ਗਿਆ। ਇੱਚਰ ਤੀਕ ਪਰਮੇ ਦੇ ਅਥਰੂ ਥੰਮ ਗਏ ਸਨ। ਪੁੰਨਿਆ ਫਿਰ ਉਸ ਪਾਸੋਂ ਕੁਝ ਨਹੀਂ ਪੁੱਛ ਸਕੀ। ਉਹ ਕਿਸੇ ਸੋਚ ਦੀ ਡੂੰਘਾਈ 'ਚ ਉਤਰ ਗਈ ਸੀ। ਧੰਨਵਾਦ। ਚੱਲਦਾ।